गुड मॉर्निंग 7th क्लास। ਅੱਜ ਦਾ ਸਾਡਾ ਟੌਪਿਕ ਹੈ ਪਾਠ 7ਵਾਂ ਭਾਰਤ ਅਤੇ ਸੰਸਾਰ ਕਦੋਂ ਕਿੱਥੇ ਅਤੇ ਕਿਵੇਂ। ਰਜੇ ਇਸ ਵਿੱਚ ਅਸੀਂ ਦੇਖਾਂਗੇ ਪਹਿਲਾਂ ਆਪਾਂ 6ਵੀਂ ਕਲਾਸ ਵਿੱਚ ਇਹ ਪੜ੍ਹ ਚੁੱਕੇ ਹਾਂ ਕਿ ਮਾਨਵ ਸ਼ਿਕਾਰੀ ਤੋਂ ਸੰਗ੍ਰਹਿਕ ਕਿਵੇਂ ਬਣਿਆ ਤੇ ਉਸਨੇ ਕਿਵੇਂ ਫਸਲਾਂ ਨੂੰ ਉਗਾਉਣਾ ਸਿੱਖਿਆ। ਛੋਟੇ ਕਬੀਲਿਆਂ ਤੋਂ ਕਿਵੇਂ ਜਨਪਦਾਂ ਦੇ ਵਿੱਚ ਛੋਟੇ ਕਬੀਲੇ ਜਨਪਦਾਂ ਦੇ ਵਿੱਚ ਬਣੇ। ਸ਼ੁਰੂ ਵਿੱਚ ਮਾਨਵ ਨਦੀਆਂ ਦੇ ਕਿਨਾਰਿਆਂ ਤੇ ਰਹਿੰਦਾ ਸੀ, परंतु आबादी ਵਧਣ ਨਾਲ ਅਤੇ ਪਾਣੀ ਦੇ ਹੋਰ ਸਾਧਨਾਂ ਹੋਣ ਕਰਕੇ ਉਹਨਾਂ ਨੇ ਨਦੀਆਂ ਦੇ ਕਿਨਾਰਿਆਂ ਤੇ ਰਹਿਣਾ ਸ਼ੁਰੂ ਕਰ ਦਿੱਤਾ ਤੇ ਉੱਥੇ ਹੀ ਆਪਣਾ ਜੀਵਨ ਨਿਰਵਾਹ ਕਰਨ ਲੱਗੇ। ਤੁਸੀਂ ਭਾਰਤੀ ਉਪ ਮਹਾਦੀਪ ਦੇ ਨਕਸ਼ੇ ਵਿੱਚ ਦੇਖ ਸਕਦੇ ਹੋ ਕਿ ਇਹ ਉਪ ਮਹਾਦੀਪ ਇੱਕ ਵੱਡੀ ਭੂਗੋਲਿਕ ਇਕਾਈ ਹੈ ਜਿਹੜੀ ਬਾਕੀ ਮਹਾਦੀਪਾਂ ਤੋਂ ਵੱਖਰੀ ਹੈ। ਭਾਰਤੀ ਉਪ ਮਹਾਦੀਪ ਦਾ ਵਰਣਨ ਕਰਨ ਲਈ ਰੱਖੇ ਗਏ ਨਾਂ ਭਾਰਤੀ ਉਪ ਮਹਾਦੀਪ ਨੂੰ ਪੂਰਵ ਕਾਲ ਵਿੱਚ ਹਿੰਦੁਸਤਾਨ ਜਾਂ ਭਾਰਤ ਵਰਸ਼ ਕਿਹਾ ਜਾਂਦਾ ਸੀ, जिस विच वर्तमान 6 देश पाकिस्तान, अफगानिस्तान, नेपाल, भूटान, बांग्लादेश ਅਤੇ भारत शामिल सन। देखो ये 6 देश देखो जी, अफगानिस्तान, पाकिस्तान, नेपाल, भूटान, बांग्लादेश, म्यांमार, श्रीलंका ये साडे गुआढ़ी देश भी है ते इन्हां ने इस नक्शे दे विच भारती उप महादीप के नक्शे नूं इन्हां नूं दर्शाया है। इतिहास दे भारत नूं भिन्न युगां विच ਵੱਖ-ਵੱਖ ਨਾਮ ਦਿੱਤੇ ਗਏ ਸੀ। ਵੈਦਿਕ ਕਾਲ ਵਿੱਚ ਇਸ ਨੂੰ ਆਰਿਆਵਰਤ, ਜਿਸ ਦਾ ਅਰਥ ਹੈ ਆਰੀਆ ਦਾ ਦੇਸ਼, ਕਿਹਾ ਜਾਂਦਾ ਹੈ। ਮਹਾਭਾਰਤ ਅਤੇ ਪੁਰਾਣਾਂ ਦੇ ਸਮੇਂ ਇਸ ਨੂੰ ਰਾਜਾ ਭਾਰਤ ਦੇ ਨਾਂ ਭਾਰਤ ਵਰਸ਼ ਕਿਹਾ ਜਾਣ ਲੱਗਾ। ਈਰਾਨੀਆਂ ਨੇ ਇਸ ਨੂੰ ਹਿੰਦੂ ਦਾ ਨਾਂ ਦਿੱਤਾ, ਜਦਕਿ ਯੂਨਾਨੀਆਂ ਨੇ ਇੰਡਸ ਕਹਿਣਾ ਸ਼ੁਰੂ ਕੀਤਾ। ਬਾਈਬਲ ਵਿੱਚ ਇਸ ਨੂੰ ਹੋਡੂ ਸ਼ਬਦ ਦੀ ਵਰਤੋਂ ਕੀਤੀ ਗਈ। ਜਦੋਂ ਚੀਨ ਵਿੱਚ ਬੁੱਧ ਧਰਮ ਦਾ ਪ੍ਰਸਾਰ ਹੋਇਆ ਤਾਂ ਚੀਨੀਆਂ ਨੇ ਭਾਰਤ ਨੂੰ ਤਾਇਨਚੂ ਨਾਮ ਦਿੱਤਾ ਤੇ ਭਾਰਤ ਵਿੱਚ ਹਿਊਨ ਸਾਂਗ ਦੀ ਯਾਤਰਾ ਪਿੱਛੋਂ ਭਾਰਤ ਨੂੰ ਈਟੂ ਕਿਹਾ ਜਾਣ ਲੱਗਾ। ਰਜੇ ਇਹ ਕੁਐਸਚਨ ਹੈ ਜਿਹੜਾ ਇਹ ਪੂਰਾ ਪੈਰਾ ਹੈ, ਇਹਦੇ ਇੱਕ ਕੁਐਸਚਨ ਬਣੂਗਾ ਜਿਹਦੇ ਵਿੱਚ ਤੁਹਾਨੂੰ ਪੁੱਛਿਆ ਜਾਊਗਾ ਕਿ ਭਾਰਤੀ ਉਪ ਮਹਾਦੀਪ ਨੂੰ ਕਿਹੜੇ ਨਾਮਾਂ ਨਾਲ ਜਾਣਿਆ ਜਾਂਦਾ ਸੀ। ਨੈਕਸਟ ਹੈ ਭਾਰਤੀ ਇਤਿਹਾਸ ਦੇ ਮੱਧਕਾਲੀਨ ਯੁੱਗ ਦੀ ਸਮਾਯੋਜਨਾ। ਕੀ ਮਤਲਬ ਹੈ ਕਿ ਕਿੰਨੇ ਯੁੱਗ ਸੀ? ਭਾਰਤ ਇਤਿਹਾਸ ਦੇ 3 ਯੁੱਗ ਸੀ ਰਜੇ। ਪ੍ਰਾਚੀਨ ਮਤਲਬ ਪੁਰਾਣਾ, ਮੱਧਕਾਲੀਨ ਮੱਧ ਜਿਹਦੇ ਵਿੱਚ 8ਵੀਂ ਤੋਂ 18ਵੀਂ ਸਦੀ ਦਾ ਸਮਾਂ ਆਉਂਦਾ ਹੈ ਤੇ ਆਧੁਨਿਕ ਨਵਾਂ। ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਹਰੇਕ ਦੇਸ਼ ਦੇ ਇਤਿਹਾਸ ਨੂੰ 3 ਪ੍ਰਮੁੱਖ ਯੁੱਗਾਂ ਵਿੱਚ ਪ੍ਰਾਚੀਨ, ਮੱਧਕਾਲੀਨ ਅਤੇ ਆਧੁਨਿਕ ਯੁੱਗ ਵਿੱਚ ਵੰਡਿਆ ਗਿਆ ਹੈ। ਇਤਿਹਾਸ ਦੇ ਪ੍ਰਾਚੀਨ युग ਅਤੇ ਆਧੁਨਿਕ ਯੁੱਗ ਦੇ ਵਿਚਕਾਰਲੇ ਸਮੇਂ ਨੂੰ ਮੱਧਕਾਲੀਨ ਯੁੱਗ ਕਿਹਾ ਗਿਆ ਹੈ, ਜੋ ਕਿ 8ਵੀਂ ਤੋਂ 18ਵੀਂ ਸਦੀ ਤੱਕ ਹੈ। ਭਾਰਤ ਵਿੱਚ 8ਵੀਂ ਸਦੀ ਨੂੰ ਪਰਿਵਰਤਨ ਦੀ ਸਦੀ ਕਿਹਾ ਜਾਂਦਾ ਸੀ ਕਿਉਂਕਿ ਉਸ ਦੌਰਾਨ ਸਮਾਜ, ਰਾਜਨੀਤੀ, ਅਰਥ ਵਿਵਸਥਾ, ਸੱਭਿਆਚਾਰ ਅਤੇ ਧਰਮ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਆਈਆਂ। ਤੁਹਾਨੂੰ ਇਹ ਕੁਐਸਚਨ ਵੀ ਆਊਗਾ ਕਿ ਕਿਉਂ ਉਸ ਨੂੰ ਪਰਿਵਰਤਨ ਦੀ ਸਮਾਂ ਕਿਹਾ ਜਾਂਦਾ ਸੀ, ਪਰਿਵਰਤਨ ਦੀ ਸਦੀ ਕਿਹਾ ਜਾਂਦਾ ਸੀ, ਕਿਉਂਕਿ ਹਰ ਇੱਕ ਚੀਜ਼ ਦੇ ਵਿੱਚ ਉਸ ਸਦੀ ਦੇ ਵਿੱਚ ਪਰਿਵਰਤਨ ਹੋਇਆ ਸੀ। ਨੈਕਸਟ ਪੈਰਾ ਦੇਖੋ, ਪ੍ਰਮੁੱਖ ਇਤਿਹਾਸਿਕ ਪ੍ਰਵਿਰਤੀਆਂ। ਅਸੀਂ ਮੱਧਕਾਲੀਨ ਯੁੱਗ ਵਿੱਚ ਪ੍ਰਮੁੱਖ ਇਤਿਹਾਸਿਕ ਪ੍ਰਵਿਰਤੀਆਂ ਦੀ ਜਾਣਕਾਰੀ ਪ੍ਰਾਪਤ ਕੀਤੀ ਹੈ ਜੋ ਇਸ ਯੁੱਗ ਨੂੰ ਪ੍ਰਾਚੀਨ ਯੁੱਗ ਤੋਂ ਨਿਖੇੜਦੀ ਹੈ। ਮਤਲਬ ਕਿ ਇਸ ਜੋ ਮੱਧਕਾਲੀਨ ਯੁੱਗ ਵਿੱਚ ਬਹੁਤ ਸਾਰੇ ਚੇਂਜਿਸ ਆਏ। ਕੀ ਚੇਂਜ ਆਏ? ਉਹਨਾਂ ਦੀ ਭਾਸ਼ਾਵਾਂ ਵੀ ਚੇਂਜ ਹੋਈਆਂ, ਬਹੁਤ ਸਾਰੇ ਲੋਕ ਵੱਖਰੀਆਂ ਹੋ ਗਈਆਂ, ਬਹੁਤ ਸਾਰੇ ਲੋਕ ਇੱਥੇ ਆ ਕੇ ਰਹਿਣ ਲੱਗੇ ਜਿਹਦੇ ਕਰਕੇ ਉਹਨਾਂ ਦੇ ਸੱਭਿਆਚਾਰ, ਪਹਿਲਾ ਪੁਆਇੰਟ ਇਹੀ ਹੈ ਕਿ ਮੁਸਲਮਾਨਾਂ ਦੇ ਆਉਣ ਨਾਲ ਮਿਸ਼ਰਿਤ ਸੱਭਿਆਚਾਰ ਦਾ ਜਨਮ ਹੋਇਆ। ਸੈਕਿੰਡ ਪੁਆਇੰਟ ਹੈ ਬਹੁਤ ਸਾਰੀ ਭਾਸ਼ਾਵਾਂ ਜਿਵੇਂ ਹਿੰਦੀ, ਉਰਦੂ ਦਾ ਵਿਕਾਸ ਹੋਇਆ। ਥਰਡ ਹੈ ਬਹੁਤ ਸਾਰੇ ਸਮਾਜਿਕ ਰੀਤੀ ਰਿਵਾਜਾਂ, ਰਵਾਇਤਾਂ, ਧਾਰਮਿਕ ਵਿਸ਼ਵਾਸਾਂ ਦੀ ਉਤਪਤੀ ਹੋਈ, ਮਤਲਬ ਜਨਮ ਹੋਇਆ। ਫਿਰ ਹੈ ਇਸ ਸਮੇਂ ਦੌਰਾਨ ਭਾਰਤ ਅਤੇ ਸੰਸਾਰ ਵਿੱਚ ਬਹੁਤ ਜ਼ਿਆਦਾ ਆਪਸੀ ਸੰਬੰਧ ਸਥਾਪਿਤ ਹੋਏ। ਆਪਸੀ ਲੈਣ ਦੇਣ ਬਹੁਤ ਜ਼ਿਆਦਾ ਵੱਧ ਗਿਆ ਸੀ ਅਤੇ ਰੀਤੀ ਰਿਵਾਜਾਂ ਦਾ ਵੀ ਵਿਕਾਸ ਹੋਇਆ। ਸੂਫੀ ਸੰਤਾਂ ਨੇ ਹਿੰਦੂ ਧਰਮ ਅਤੇ ਇਸਲਾਮ ਧਰਮ ਦੇ ਮੂਲ ਸਿਧਾਂਤਾਂ ਬਾਰੇ ਚੰਗੀ ਸੋਚ ਉਤਪੰਨ ਕੀਤੀ। ਵਪਾਰ ਅਤੇ ਵਣਜ ਦਾ ਵੀ ਵਿਕਾਸ ਹੋਇਆ। ਉਦੋਂ ਬਾਅਦ ਆਪਾਂ ਨੂੰ ਦੱਸਿਆ ਗਿਆ ਹੈ ਕਿ ਇਹ ਸਾਰੀ ਚੀਜ਼ਾਂ ਸਾਨੂੰ ਪਤਾ ਕਿੱਥੋਂ ਲੱਗਦੀਆਂ? ਸਰੋਤਾਂ ਤੋਂ। ਸਰੋਤ ਮਤਲਬ ਜਿਨ੍ਹਾਂ ਚੀਜ਼ਾਂ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਕੀ ਕੁਝ ਸਾਡੇ ਇਤਿਹਾਸ ਵਿੱਚ ਸੀ। 2 ਤਰ੍ਹਾਂ ਦੇ ਸਰੋਤ ਬਾਰੇ ਆਪਾਂ ਪੜਾਂਗੇ। ਵੈਸੇ ਇਹਨਾਂ ਨੂੰ ਇਤਿਹਾਸਿਕ ਸਰੋਤ ਕਹਿੰਦੇ ਆ। ਇਹਦੇ ਵਿੱਚ ਆਪਾਂ ਪੜਾਂਗੇ ਪੁਰਾਤੱਤਵ ਸਰੋਤ ਬਾਰੇ ਤੇ ਸਾਹਿਤਿਕ ਸਰੋਤ ਬਾਰੇ। ਪੁਰਾਤੱਤਵ ਸਰੋਤ ਮਤਲਬ ਪੁਰਾਣੇ ਸਰੋਤ, ਪੁਰਾਣੇ ਇੱਕ ਜ਼ਰੀਏ ਜਿਹਦੇ ਨਾਲ ਸਾਨੂੰ ਸਾਡੇ ਇਤਿਹਾਸ ਬਾਰੇ ਪਤਾ ਲੱਗਦਾ ਹੈ। ਪੁਰਾਤੱਤਵ ਸਰੋਤ ਵਿੱਚ ਪ੍ਰਾਚੀਨ ਸਮਾਰਕ, ਮੰਦਰ, ਸ਼ਿਲਾਲੇਖ, ਸਿੱਕੇ, ਬਰਤਨ, ਸੰਦ, ਹਥਿਆਰ, ਗਹਿਣੇ ਅਤੇ ਚਿੱਤਰ ਸ਼ਾਮਲ ਸਨ। ਪ੍ਰਾਚੀਨ ਇਮਾਰਤਾਂ ਵਿੱਚ ਮੰਦਰ ਜਿਵੇਂ ਕਿ ਖਜੁਰਾਹੋ, ਭੁਵਨੇਸ਼ਵਰ, ਕੋਨਾਰਕ ਆਦਿ ਵਿਖੇ ਮੰਦਰ, ਮਸਜਿਦਾਂ ਜਿਵੇਂ ਕਿ
ਜਾਮਾ ਮਸਜਿਦ, ਮੋਤੀ ਮਸਜਿਦ, ਕਿਲੇ, ਲਾਲ ਕਿਲਾ, ਆਗਰੇ ਦਾ ਕਿਲਾ, ਸਤੰਭ ਅਤੇ ਮਹਿਲ, ਜੈਸਲਮੇਰ ਅਤੇ ਜੈਪੁਰ ਆਦਿ ਸ਼ਾਮਲ ਸਨ। ਫਿਰ ਉਸ ਤੋਂ ਬਾਅਦ ਹੈ ਸ਼ਿਲਾਲੇਖ ਤੋਂ ਸਾਨੂੰ ਮੁੱਢਲੇ ਮੱਧਕਾਲੀਨ ਯੁੱਗ ਵਿੱਚ ਮਹੱਤਵਪੂਰਨ ਘਟਨਾਵਾਂ, ਮਿਤੀਆਂ ਅਤੇ ਸ਼ਾਸਕਾਂ ਦੇ ਵਿਅਕਤੀਗਤ ਗੁਣਾਂ ਅਤੇ ਕਲਾ ਦੇ ਨਮੂਨਿਆਂ ਅਤੇ ਪ੍ਰਸ਼ਾਸਨਿਕ ਗਤੀਵਿਧੀਆਂ ਬਾਰੇ ਜਾਣਕਾਰੀ ਮਿਲਦੀ ਹੈ। ਉਸ ਤੋਂ ਬਾਅਦ ਰਜੇ ਹੈ ਸਿੱਕੇ। ਸਿੱਕਿਆਂ ਤੋਂ ਸਾਨੂੰ ਪਤਾ ਲੱਗਦਾ ਸਾਡੇ ਪੁਰਾਣੇ ਇਤਿਹਾਸਕ ਘਟਨਾਵਾਂ ਅਤੇ ਪ੍ਰਸਿੱਧ ਸ਼ਖਸੀਅਤਾਂ ਬਾਰੇ ਸਾਨੂੰ ਜਾਣਕਾਰੀ ਮਿਲਦੀ ਹੈ। ਕੁਝ ਸਿੱਕੇ ਉਸ ਸਮੇਂ ਦੀ ਆਰਥਿਕ ਦਸ਼ਾ ਬਾਰੇ ਵੀ ਸਾਨੂੰ ਜਾਣਕਾਰੀ ਦਿੰਦੇ ਹਨ। ਉਸ ਤੋਂ ਬਾਅਦ ਹੈ ਸਾਹਿਤਿਕ ਸਰੋਤ। ਸਾਹਿਤ ਕੋਈ ਵੀ ਚੀਜ਼ ਜਿਹੜੀ ਕਿ ਸਾਨੂੰ ਲਿਖਤੀ ਰੂਪ ਵਿੱਚ ਪ੍ਰਾਪਤ ਹੁੰਦੀ ਹੈ ਉਹ ਹੁੰਦਾ ਸਾਡਾ ਸਾਹਿਤਿਕ ਸਰੋਤ, ਜਿਵੇਂ ਕਿ ਧਾਰਮਿਕ ਗ੍ਰੰਥ, ਸ਼ਾਸਕਾਂ ਦੇ ਬਿਰਤਾਂਤ, ਸਰਕਾਰੀ ਦਸਤਾਵੇਜ਼ ਜਾਂ ਲਿਖਣ ਵਾਲੀ ਮਤਲਬ ਕੋਈ ਵੀ ਚੀਜ਼ ਜਿਹੜੀ ਕਿ ਕਾਗਜ਼ ਦੇ ਰੂਪ ਵਿੱਚ ਸਾਨੂੰ ਪ੍ਰਾਪਤ ਹੁੰਦੀ ਹੈ ਉਹ ਹੁੰਦੇ ਆ ਸਾਡੇ ਸਾਹਿਤਿਕ ਸਰੋਤ। ਜਿਵੇਂ ਸਾਹਿਤਿਕ ਸਰੋਤਾਂ ਵਿੱਚ ਸਵੈ ਜੀਵਨੀਆਂ, ਰਾਜੇ ਅਤੇ ਰਾਜਵੰਸ਼ਾਂ ਦੇ ਬਿਰਤਾਂਤ, ਦਸਤਾਵੇਜ਼, ਧਾਰਮਿਕ ਪੁਸਤਕਾਂ ਸਭ ਕੁਝ ਇਸ ਵਿੱਚ ਸ਼ਾਮਲ ਹੁੰਦਾ ਹੈ, ਜਿਹਦੇ ਤੋਂ ਸਾਨੂੰ ਸਾਡੇ ਇਤਿਹਾਸ ਬਾਰੇ ਪਤਾ ਲੱਗਦਾ ਹੈ। ਫਿਰ ਹੈ ਵਿਦੇਸ਼ੀ ਯਾਤਰੀਆਂ ਦੇ ਲੇਖ। ਹੁਣ ਜਿਹੜੇ ਲੋਕ ਸਾਨੂੰ ਵਿਦੇਸ਼ ਤੋਂ ਆਉਂਦੇ ਹੈ, ਇੱਥੇ ਆ ਕੇ ਸਭ ਕੁਝ ਦੇਖਦੇ ਹੈ, ਫਿਰ ਆਪਣੀਆਂ ਲਿਖਤਾਂ ਦੇ ਵਿੱਚ ਲਿਖਿਆ ਜਾਂਦਾ, ਉਹ ਲਿਖਦੇ ਹੈ ਕਿ ਕੀ ਕੁਝ ਚੱਲ ਰਿਹਾ ਹੈ, ਕਿਵੇਂ ਸਾਡਾ ਸੰਸਾਰ ਹੈ, ਕਿਵੇਂ ਭਾਰਤ ਦੇ ਵਿੱਚ ਕਿਹੜੇ ਕਿਹੜੇ ਧਰਮ ਹਨ, ਉਹਨਾਂ ਬਾਰੇ ਆਪਣੀਆਂ ਕਿਤਾਬਾਂ ਦੇ ਵਿੱਚ ਲਿਖਦੇ ਹੈ। ਜਿਵੇਂ ਕਿ ਇਬਨ ਬਤੂਤਾ ਨੇ ਲਿਖਿਆ ਸੀਗਾ ਆਪਣੀ ਕਿਤਾਬ ਉਲ ਰੁਹੇਲਾ ਲੇਖ ਦੇ ਵਿੱਚ ਮੁਹੰਮਦ ਬਿਨ ਤੁਗਲਕ ਦੇ ਰਾਜਕਾਲ ਬਾਰੇ ਜਾਣਕਾਰੀ ਦਿੱਤੀ ਸੀ। ਅਲ ਬਰੂਨੀ ਨੇ ਭਾਰਤ ਵਿੱਚ ਆਪਣੇ ਠਹਿਰਨ ਸੰਬੰਧੀ ਲੇਖ ਲਿਖਿਆ ਸੀ। ਅਬਦੁਲ ਰਜ਼ਾਕ ਨੇ ਵਿਜੇਨਗਰ ਰਾਜ ਦੀ ਯਾਤਰਾ ਕੀਤੀ ਅਤੇ ਉਸ ਸਮੇਂ ਦੇ ਰਾਜੇ ਦੇ ਰਾਜ ਦੀ ਸਥਿਤੀ ਬਾਰੇ ਲੇਖਾਂ ਵਿੱਚ ਦਰਜ ਕੀਤਾ। ਫਿਰ ਚਿੱਤਰਕਾਰੀ ਵੀ ਬਹੁਤ ਜ਼ਿਆਦਾ ਫੇਮਸ ਸੀ, ਬਹੁਤ ਜ਼ਿਆਦਾ ਪ੍ਰਸਿੱਧ ਸੀ ਮੱਧਕਾਲੀਨ ਯੁੱਗ ਵਿੱਚ, ਖਾਸ ਕਰਕੇ ਉਸ ਸਮੇਂ ਦੀ ਚਿੱਤਰਕਾਰੀ ਨੂੰ ਬਹੁਤ ਮਾਨਤਾ ਪ੍ਰਾਪਤ ਸੀ। ਸੰਗੀਤ ਵੀ ਬਹੁਤ ਜ਼ਿਆਦਾ ਪ੍ਰਸਿੱਧ ਸੀ। ਤਾਨਸੇਨ ਸੀ ਜੋ ਇੱਕ ਪ੍ਰਸਿੱਧ ਸੰਗੀਤਕਾਰ ਸੀ, ਇਸ ਲਈ ਸੰਗੀਤ ਵੀ ਇਤਿਹਾਸਿਕ ਜਾਣਕਾਰੀ ਦਾ ਇੱਕ ਚੰਗਾ ਸਰੋਤ ਹੈ। ਇਹ ਹੈ ਤੁਹਾਡਾ ਚੈਪਟਰ ਜਿਹਦੇ ਵਿੱਚ ਯਾਦ ਰੱਖਣ ਯੋਗ ਚੀਜ਼ਾਂ ਤੁਸੀਂ ਪੜ੍ਹੋਗੇ। ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੀ ਹਾਂ ਕਿ ਦੇਸ਼ ਕਿਹੜੇ ਕਿਹੜੇ ਸੀ, ਮੱਧਕਾਲੀਨ 3 ਯੁੱਗ ਬਣੇ ਹੋਏ ਸੀ ਉਹਨਾਂ ਬਾਰੇ ਹੈ, ਫਿਰ ਸਰੋਤ ਬਾਰੇ ਹੈ। 3 ਚੀਜ਼ਾਂ ਇਹ ਇੰਪੋਰਟੈਂਟ ਹੈ। ਫਿਰ ਸਾਡੀਆਂ ਪ੍ਰਵਿਰਤੀਆਂ ਕਿ ਕਿਵੇਂ ਬਦਲਾਅ ਆਉਂਦੇ ਗਏ। ਉਦੋਂ ਬਾਅਦ ਤੁਸੀਂ ਇਹ 4 ਕੁਐਸਚਨਸ ਕਰੋਗੇ। ਮੈਂ ਤੁਹਾਨੂੰ ਨੋਟਸ ਜਿਹੜੇ ਸੈਂਡ ਕੀਤੇ ਹੈ ਉਹਨਾਂ ਨੋਟਸ ਦੇ ਵਿੱਚ ਸਾਰਾ ਕੰਮ ਦਿੱਤਾ ਹੋਇਆ ਹੈ। ਇਹ 4 ਕੁਐਸਚਨਸ ਵੀ ਹੈ। ਫਿਰ ਉਦੋਂ ਬਾਅਦ ਖਾਲੀ ਥਾਵਾਂ ਤੇ ਸਹੀ ਗਲਤ ਸਾਰਾ ਚੈਪਟਰ ਬੇਟਾ ਪੂਰਾ ਕਰਕੇ ਤੁਸੀਂ ਕਾਪੀਜ਼ ਤੋਂ ਚੈੱਕ ਕਰਵਾਉਣਾ ਹੈ।